ਤਾਂ ਉਹੀ ਜੋ ਇਹਨਾਂ ਨੇ ਕੀਤਾ ਉਹੀ ਅੱਜ ਮੋਦੀ ਸਰਕਾਰ ਕਰ ਰਹੀ ਹੈ। ਜੋ ਇਹਨਾਂ ਨੇ ਬੀਜਿਆ 2013 ਚ ਅੱਜ ਉਹ ਮੋਦੀ ਸਰਕਾਰ ਉਹਨੂੰ ਵੱਢ ਕੇ ਇਹਨਾਂ ਦੇ ਗਾਲੀ ਪਾ ਰਹੀ ਹੈ। ਸਰਦਾਰ ਪ੍ਰਕਾਸ਼ ਸਿੰਘ ਜਿਹੜੇ ਬਾਦਲ ਸੀ ਦੇ ਉਹਨਾਂ ਦੇ ਸੁਪੁੱਤਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ, ਇਹ ਬਿਜ਼ਨਸ ਮੈਨੇਜਰ ਸੀ। ਇਹ ਸਿਆਸੀ ਲੀਡਰ ਦੇ ਤੌਰ ਤੇ ਪੰਜਾਬ ਨਹੀਂ ਚਲਾਇਆ ਇਹਨਾਂ ਨੇ ਆਪਣਾ ਬਿਜ਼ਨਸ ਚਲਾਇਆ। ਸਰਦਾਰ ਸੁਖਬੀਰ ਸਿੰਘ ਬਾਦਲ ਨਰਿੰਦਰ ਸਿੰਘ ਤੋਮਰ ਜੀ ਦੀ ਚਿੱਠੀ ਦਿਖਾਉਂਦੇ ਰਹੇ ਆ ਕਿ ਕਿਤੇ ਨਹੀਂ ਹੋਇਆ, ਕਿਸਾਨਾਂ ਦੇ ਫਾਇਦੇ ਲਈ ਹੈ, ਕਿਸਾਨਾਂ ਦੇ ਫਾਇਦੇ ਲਈ ਹੈ। ਕਿਸਾਨਾਂ ਨੇ ਇਹਨਾਂ ਦੇ ਨੱਕ 'ਚ ਦਮ ਕਰਤਾ ਕਿ ਇਹਨਾਂ ਨੂੰ ਯੂ ਟਰਨ ਲੈਣਾ ਪੈ ਗਿਆ। ਅੱਜ ਬੀਜੇਪੀ ਕਿਉਂ ਨਹੀਂ ਪਰਵਾਹ ਕਰ ਰਹੀ ਇਹਨਾਂ ਦੀ? ਇਸੇ ਕਰਕੇ ਨਹੀਂ ਕਰੀ ਕਿ ਤੁਸੀਂ ਉਹ ਖੁਦ ਕੀਤੇ ਹੋਏ ਕੰਮ ਸਾਨੂੰ ਕਿਉਂ ਰੋਕ ਰਹੇ ਹੋ। ਵੀਡੀਓ ਰਿਲੀਜ਼ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿ ਮੈਂ ਕਿਸਾਨ ਦਾ ਹਿਤੈਸ਼ੀ ਹਾਂ, ਇਹ ਗੱਲ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੇਣ। ਉਹ ਕੇਂਦਰ ਸਰਕਾਰ ਦੇ 3 ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ। ਅੱਜ ਪੰਜਾਬ ਸਰਕਾਰ 'ਚ ਕੈਬਨਿਟ ਮਿਨਿਸਟਰ ਸੁਖਜਿੰਦਰ ਰੰਧਾਵਾ ਨੇ ਦਾ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਦਾ ਹਵਾਲਾ ਦਿੰਦੇ ਹੋਏ ਪਿਛਲੀ ਬਾਦਲ ਸਰਕਾਰ ਦੇ ਉੱਤੇ ਜੰਮ ਕੇ ਨਿਸ਼ਾਨੇ ਲਾਏ ਅਤੇ ਬਹੁਤ ਸਾਰੇ ਆਰੋਪ ਲਗਾਏ ਕਿ ਇਹ ਐਕਟ ਦੇ ਤਹਿਤ ਕਿਸਾਨਾਂ ਨਾਲ ਬਹੁਤ ਸਾਰਾ ਧੱਕਾ ਹੋਇਆ ਸੀ। ਇਹ ਐਕਟ ਕੀ ਹੈਗਾ, ਇਸ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਇੱਥੇ ਕਾਂਗਰਸ ਦੇ ਸਪੋਕਸਮੈਨ ਦਲਜੀਤ ਗਿਲਜੀਆ ਨੇ। ਗਿਲਜੀਆ ਸਾਹਿਬ, ਇਸ ਐਕਟ ਦਾ ਅੱਜ ਹਵਾਲਾ ਦਿੱਤਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ। ਇਸ ਐਕਟ ਦੇ ਵਿੱਚ ਐਕਚੁਅਲ 'ਚ ਹੈ ਕੀ ਸੀਗਾ ਐਸਾ ਕਿ ਕਿਸਾਨਾਂ ਨੇ 2013 ਦੇ ਵਿੱਚ ਜਦੋਂ ਇਸ ਐਕਟ ਨੂੰ ਕਾਨੂੰਨ ਬਣਿਆ ਸੀ ਤਾਂ ਬਹੁਤ ਸਾਰਾ ਵਿਰੋਧ ਕੀਤਾ ਗਿਆ ਸੀ ਕਿਸਾਨਾਂ ਵੱਲੋਂ। ਕੀ ਹੈਗਾ ਇਸ ਐਕਟ? ਰਵਿੰਦਰ ਜੀ, ਇਹ ਐਕਟ ਜੋ ਮੋਦੀ ਸਰਕਾਰ ਮੌਕੇ ਦੀ ਕੇਂਦਰ ਸਰਕਾਰ ਹੈ, ਬੀਜੇਪੀ ਦੀ ਮੋਦੀ ਸਰਕਾਰ ਜੋ ਐਕਟ ਲੈ ਕੇ ਆਈ ਹੈ, ਫਾਰਮਿੰਗ ਐਕਟ, ਕੰਟਰੈਕਟ ਫਾਰਮਿੰਗ ਐਕਟ, ਉਹਦੇ ਬੀਜ ਤੁਹਾਨੂੰ 2013 ਵਾਲੇ ਜਿਹੜੇ ਪੰਜਾਬ ਨੇ ਪਾਸ ਕੀਤਾ ਉਹਦੇ 'ਚ ਮਿਲਦੇ ਆ ਜੀ। ਜੇ ਤੁਸੀਂ ਉਸ ਸਮੇਂ ਦੇ ਐਕਟ ਨੂੰ ਧਿਆਨ ਨਾਲ ਦੇਖੀਏ ਆਪਾਂ, ਉਹਦੇ 'ਚ ਇਹਨਾਂ ਨੇ ਜਿਹੜਾ ਐਕਟ ਪਾਸ ਕੀਤਾ ਕੰਟਰੈਕਟ ਫਾਰਮਿੰਗ ਵਾਲਾ, ਜਿੱਦਾਂ ਹੁਣ ਪਹਿਲਾਂ ਸਮਰਥਨ ਕਰਦੇ ਰਹੇ, ਅੱਜ ਵਿਰੋਧ ਕਰ ਰਹੇ ਨੇ, ਉਹਦੇ 'ਚ ਕਿਤੇ ਵੀ ਨਹੀਂ ਇਹਨਾਂ ਨੇ ਐਕਟ ਵਿੱਚ ਲਿਖਿਆ ਕਿ ਕਿਸਾਨ ਦੀ ਜਿਹੜੀ ਫਸਲ ਹੈ ਵਪਾਰੀ ਜਦੋਂ ਕੰਟਰੈਕਟ ਕਰੂਗਾ ਕਿ ਐਮਐਸਪੀ ਤੋਂ ਘੱਟ ਨਹੀਂ ਖਰੀਦੂਗਾ। ਕਿਤੇ ਵੀ ਐਮਐਸਪੀ ਦੀ ਸਮਰਥਨ ਦੇ ਮੁੱਲ ਦੀ ਗੱਲ ਨਹੀਂ ਕੀਤੀ ਗਈ, ਪਹਿਲੀ ਗੱਲ। ਦੂਜੀ ਗੱਲ, ਜੇ ਵਾਰਲਾ ਵਪਾਰੀ ਆ ਕੇ ਕਿਸਾਨ ਨਾਲ ਕੰਟਰੈਕਟ ਕਰਦਾ ਤੇ ਉਹ ਕੰਟਰੈਕਟ ਜੇ ਵਨ ਸਾਈਡਡ ਉਹ ਤੋੜ ਜਾਂਦਾ ਜਾਂ ਖਤਮ ਕਰ ਦਿੰਦਾ, ਕੈਂਸਲ ਕਰ ਦਿੰਦਾ, ਤੇ ਕਿਸਾਨ ਦੀ ਜਿਹੜੀ ਨੁਕਸਾਨ ਦੀ ਭਰਪਾਈ ਕਿਸ ਤਰ੍ਹਾਂ ਹੋਵੇਗੀ ਬਾਰੇ ਕੋਈ ਸਪਸ਼ਟਤਾ ਨਹੀਂ ਇਸ ਕਾਨੂੰਨ ਦੇ ਵਿੱਚ। ਤੀਜੀ ਗੱਲ, ਔਰ ਇਸ ਕਾਨੂੰਨ ਦੇ ਵਿੱਚ ਪੰਜਾਬ ਜਿਹੜਾ ਹੈ ਦੇਸ਼ ਦਾ ਪਹਿਲਾ ਸੂਬਾ ਸੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਜਿਨ੍ਹਾਂ ਨੇ ਆਪਣੇ ਕਿਸਾਨ ਦੇ ਲਈ ਇੱਕ ਸਜ਼ਾ ਦਾ ਪ੍ਰਾਵਧਾਨ ਰੱਖਿਆ ਸੀ। ਤੁਸੀਂ ਜੇ ਇਹਦਾ ਸੈਕਸ਼ਨ ਨੰਬਰ 25 ਪੜ੍ਹੋ ਤੇ ਇਹਦੇ ਵਿੱਚ 5000 ਤੋਂ ਲੈ ਕੇ 5 ਲੱਖ ਰੁਪਏ ਤੱਕ ਜੁਰਮਾਨਾ ਔਰ 1 ਮਹੀਨੇ ਦੀ ਸਜ਼ਾ ਕਿਸਾਨ ਦੇ ਲਈ। ਇਹ ਆਪਣੇ ਆਪ ਨੂੰ ਕਿਸਾਨ ਦੇ ਹਿਤੈਸ਼ੀ ਕਹਿੰਦੇ ਨੇ ਔਰ ਇਹੀ ਇਹ ਸੂਬਾ ਹੈ, ਇਹੀ ਸਰਕਾਰ ਹੈ ਜਿਹਨੇ ਆਪਣੇ ਕਿਸਾਨ ਲਈ ਇੱਕ ਸਜ਼ਾ ਦਾ ਪ੍ਰਾਵਧਾਨ ਰੱਖਿਆ। ਉਸ ਤੋਂ ਵੱਧ ਕੇ ਕਿ ਜੇ ਉਹ ਜੁਰਮਾਨਾ ਕਿਸਾਨ ਨਹੀਂ ਦਿੰਦਾ, ਉਹ ਜੁਰਮਾਨੇ ਨੂੰ ਐਜ਼ ਏ ਲੈਂਡ ਰੈਵਨਿਊ ਜ਼ਮੀਨੀ ਮਾਲੀਏ ਦੇ ਤੌਰ ਤੇ ਵਸੂਲ ਕੀਤਾ ਜਾਊਗਾ। ਕਿ ਮਤਲਬ ਕਿ ਜੇ ਕਿਸਾਨ ਨੇ ਨਹੀਂ ਦਿੱਤਾ, ਕੱਲ੍ਹ ਉਹ ਕਿਸਾਨ ਆਪਣੀ ਜ਼ਮੀਨ ਤੇ ਜੇ ਲੋਨ ਲੈਣਾ ਤਾਂ ਹੀ ਨਹੀਂ ਮਿਲੂਗਾ, ਜੇ ਉਹ ਜ਼ਮੀਨ ਵੇਚਣਾ ਚਾਹੁੰਦਾ ਤਾਂ ਨਹੀਂ ਵੇਚ ਸਕਦਾ, ਜਿੰਨੇ ਤੱਕ ਉਹ ਲੈਂਡ ਰੈਵਨਿਊ ਜ਼ਮੀਨੀ ਮਾਲੀਆ ਵਪਾਰੀ ਦੇ ਤੌਰ ਤੇ ਜਿਹੜਾ ਉਹਨੂੰ ਜੁਰਮਾਨਾ ਲੱਗਾ ਉਹ ਵਪਾਰੀ ਨੂੰ ਨਹੀਂ ਦਿੰਦਾ। ਇਹ ਆਪਣੇ ਆਪ ਨੂੰ ਕਿਸਾਨ ਦੇ ਹਿਤੈਸ਼ੀ ਕਹਿੰਦੇ ਨੇ। ਔਰ ਇਸ ਤੋਂ ਵੀ ਵੱਡਾ ਜਿਹੜਾ ਧੋਖਾ ਇਹਨਾਂ ਨੇ ਕਿਸਾਨ ਨਾਲ ਆਪਣੀ ਸਰਕਾਰ ਦੇ ਸਮੇਂ ਕੀਤਾ, ਇਸੇ ਐਕਟ ਦੇ ਵਿੱਚ ਉਹਨਾਂ ਨੇ ਉਹਦੇ ਕੋਲੋਂ ਕੋਰਟ ਜਾਣ ਦਾ ਰਸਤਾ ਖੋਲ੍ਹਿਆ। ਸੈਕਸ਼ਨ ਨੰਬਰ 26 ਕਿ ਕੋਈ ਵੀ ਇਸ ਐਕਟ ਦੇ ਵਿੱਚ ਕਿਸਾਨ ਸਿਵਲ ਕੋਰਟ 'ਚ ਨਹੀਂ ਜਾ ਸਕਦਾ। ਜੋ ਇੱਥੇ ਅਥਾਰਟੀ ਬਣੀਆਂ ਨੇ ਸੁਣਵਾਈ ਲਈ, ਜਿਵੇਂ ਉੱਥੇ ਮੋਦੀ ਨੇ SDM ਔਰ DC ਦੀ ਬਣਾਈ ਹੈ, ਇਸ ਤਰ੍ਹਾਂ ਇਹਨਾਂ ਨੇ ਇੱਕ ਕਮਿਸ਼ਨ ਬਣਾਇਆ ਸੀ ਕੰਟਰੈਕਟ ਫਾਰਮਿੰਗ ਕਮਿਸ਼ਨ। ਉਹਦੇ ਵਿੱਚ ਜੋ ਸੁਣਵਾਈ ਹੋਏਗੀ ਉਹੀ ਫਾਈਨਲ ਹੋਏਗੀ ਔਰ ਕਿਸਾਨ ਲਈ ਬਾধ্য ਹੋਏਗੀ ਮੰਨਣੀ ਉਹ। ਔਰ ਅੱਜ ਇਹ ਸਭ ਤੋਂ ਜ਼ਿਆਦਾ ਰੌਲਾ ਪਾ ਰਹੇ ਨੇ। ਮੈਂ ਬਹੁਤ ਹੈਰਾਨ ਹਾਂ ਇਹਨਾਂ ਦੀ ਇਹ ਐਕਟ ਨੂੰ ਪੜ੍ਹ ਕੇ। ਸ਼ਾਇਦ ਇਹ ਵੀ ਅੱਜ ਸ਼ਰਮਸਾਰ ਹੋਣ ਜੋ ਇਹਨਾਂ ਨੇ ਯੂ ਟਰਨ ਲਿਆ ਕਿ ਅਸੀਂ ਕੀ ਕੀਤਾ ਸੀ। ਜਿਹੜਾ ਮੋਦੀ ਨੇ ਐਕਟ ਪਾਸ ਕੀਤਾ ਉਹਦੇ ਬੀਜ ਤੁਹਾਨੂੰ 2013 'ਚ ਹੀ ਮਿਲਦੇ ਨੇ। ਇਹ ਐਕਟ ਲਾਗੂ ਹੋ ਗਿਆ ਸੀਗਾ ਕਿ ਲਾਗੂ? ਬਿਲਕੁਲ ਜੀ, 16 ਅਪ੍ਰੈਲ 2013 ਨੂੰ ਇਹਦੀ ਨੋਟੀਫਿਕੇਸ਼ਨ ਹੋ ਗਈ ਸੀ। ਆਹ ਦੇਖੋ ਜੀ, 25 ਮਾਰਚ ਨੂੰ, ਜੇ ਤੁਸੀਂ ਧਿਆਨ ਨਾਲ ਦੇਖੋ, 25 ਮਾਰਚ 2013 ਨੂੰ ਇਹ ਵਿਧਾਨ ਸਭਾ 'ਚ ਪਾਸ ਹੁੰਦਾ। ਉਸੇ ਦਿਨ 16 ਐਕਟ ਪਾਸ ਕੀਤੇ ਜਾਂਦੇ ਨੇ। ਉਹ 'ਚ 10 ਨੰਬਰ ਐਕਟ, 10 ਨੰਬਰ 'ਤੇ ਇਹ ਕੰਟਰੈਕਟ ਫਾਰਮਿੰਗ ਐਕਟ ਹੈ। ਔਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਪੰਜਾਬ ਨੂੰ ਕਿ ਇਹ ਐਕਟ ਔਰ ਇਹ ਬਿੱਲ ਜੋ ਕਿਸਾਨ ਵਿਰੋਧੀ ਸੀ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਵਿਧਾਨ ਸਭਾ 'ਚ ਪੇਸ਼ ਕੀਤਾ ਬਤੌਰ ਖੇਤੀਬਾੜੀ ਮੰਤਰੀ। ਔਰ
ਅੱਜ ਖੂਨ ਜਿਹੜੇ ਆ ਵੱਡੇ ਵੱਡੇ ਦਾਅਵੇ ਕਰਦੇ ਨੇ, ਵੀਡੀਓ ਰਿਲੀਜ਼ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿ ਮੈਂ ਕਿਸਾਨ ਦਾ ਹਿਤੈਸ਼ੀ ਹਾਂ। ਇਹ ਗੱਲ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੇਣ ਉਹ ਕਿ ਖੁਦ ਇਹ ਦੇਖੋ ਤੁਸੀਂ ਪ੍ਰੋਸੀਡਿੰਗ ਹੈ ਮੇਰੇ ਕੋਲ ਵਿਧਾਨ ਸਭਾ ਦੀ, ਮੈਂ ਸਾਰੀ ਕਢਵਾਈ ਹੈ। ਮਾਨਯੋਗ ਸਪੀਕਰ ਹੁਣ ਮੁੱਖ ਮੰਤਰੀ ਜੀ ਪੰਜਾਬ ਦੇ ਠੇਕੇ ਦੇ ਆਧਾਰ ਤੇ ਕੀਤੀ ਜਾਣ ਵਾਲੀ ਖੇਤੀਬਾੜੀ ਬਿੱਲ 2013 ਪੇਸ਼ ਕਰਨ। ਮੁੱਖ ਮੰਤਰੀ ਬ੍ਰੈਕਟ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸ਼੍ਰੀਮਾਨ ਜੀ ਮੈਂ ਪੰਜਾਬ ਦੇ ਠੇਕੇ ਦੇ ਆਧਾਰ ਤੇ ਕੀਤੀ ਜਾਣ ਵਾਲੀ ਖੇਤੀਬਾੜੀ ਬਿੱਲ 2013 ਪੇਸ਼ ਕਰਦਾ ਹਾਂ। ਔਰ ਇਸ ਤੋਂ ਵੀ ਇੱਕ ਗੱਲ ਅੱਗੇ ਜਾ ਕੇ ਕਿਸੇ ਵੀ ਅਕਾਲੀ ਨੇ ਇਹਦੇ ਉੱਪਰ ਡਿਸਕਸ਼ਨ ਨਹੀਂ ਕੀਤੀ ਕਿਉਂਕਿ ਕਾਂਗਰਸ ਵਾਕਆਊਟ ਕਰ ਗਈ ਸੀ ਉਸ ਟਾਈਮ। ਔਰ ਇੱਕ ਵੀ ਅਕਾਲੀ ਨੇ ਇਹਦੇ ਉੱਪਰ ਡਿਸਕਸ਼ਨ ਨਹੀਂ ਕੀਤੀ ਬਿੱਲ ਦੇ ਉੱਪਰ, ਔਰ ਆਪਣੇ ਆਪ ਨੂੰ ਇਹ ਕਿਸਾਨਾਂ ਦੇ ਹਿਤੈਸ਼ੀ ਕਹਿੰਦੇ ਨੇ। ਇਹ ਲੋਕ ਅੱਜ ਇਹਨਾਂ ਕੋਲ ਜਵਾਬ ਮੰਗ ਰਹੇ ਨੇ ਔਰ ਇਹ ਜਵਾਬ ਦੇਣ ਤੋਂ ਭੱਜ ਰਹੇ ਨੇ। ਗਿਲਜੀ ਸਾਹਿਬ, ਜ਼ਰੂਰਤ ਕੀ ਪੈ ਗਈ ਸੀ ਇਸ ਐਕਟ ਨੂੰ ਪੇਸ਼ ਕਰਨ ਦੀ? ਕਿਉਂ ਐਕਟ ਪੇਸ਼ ਕੀਤਾ, ਜੋ ਬਿੱਲ ਪੇਸ਼ ਕੀਤਾ ਗਿਆ ਸੀ? ਜਿਵੇਂ ਕਿ ਮੋਦੀ ਆਪਣੀ ਯਾਰੀ ਕਿਸੇ ਕਾਰਪੋਰੇਟ ਘਰਾਣਿਆਂ ਨਾਲ ਨਿਭਾ ਰਹੇ ਨੇ, ਸ਼ਾਇਦ ਇਹ ਵੀ ਕਿਸੇ ਕਾਰਪੋਰੇਟ ਘਰਾਣੇ ਵਾਸਤੇ ਲੈ ਕੇ ਆਏ ਹੋਣ, ਇਹ ਵੀ ਕਿਸੇ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਕਮਾ ਰਹੇ ਹੋਣ। ਕਿਉਂਕਿ ਇਹ ਸਰਦਾਰ ਪ੍ਰਕਾਸ਼ ਸਿੰਘ ਜਿਹੜੇ ਬਾਦਲ ਸੀ ਦੇ ਉਹਨਾਂ ਦੇ ਸੁਪੁੱਤਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ, ਇਹ ਬਿਜ਼ਨਸ ਮੈਨੇਜਰ ਸੀ। ਇਹ ਸਿਆਸੀ ਲੀਡਰ ਦੇ ਤੌਰ ਤੇ ਪੰਜਾਬ ਨਹੀਂ ਚਲਾਇਆ ਇਹਨਾਂ ਨੇ ਆਪਣਾ ਬਿਜ਼ਨਸ ਚਲਾਇਆ। ਉਸ ਬਿਜ਼ਨਸ ਨੂੰ ਚਲਾਉਣ ਦੇ ਵਾਸਤੇ ਇਹਨਾਂ ਨੇ ਇਹ ਐਕਟ ਲੈ ਕੇ ਆਏ ਹੋ। ਕਿਸੇ ਇਹ ਸਿੱਧੇ ਤੌਰ ਤੇ ਫਿਰ ਇਹ ਕਹਿ ਸਕਦੇ ਹਾਂ ਕਿ ਜੋ ਇਹ ਐਕਟ ਦੀ ਤੁਸੀਂ ਗੱਲ ਕਰਦੇ ਆ, ਇਸੇ ਐਕਟ ਨੂੰ ਕੇਂਦਰ ਵੱਲੋਂ ਕਾਪੀ ਕੀਤਾ ਗਿਆ। ਜੀ ਤੁਸੀਂ ਇਹ ਮੇਰੇ ਕੋਲ ਕੇਂਦਰ ਦਾ ਐਕਟ ਪਿਆ, 70% ਇਹਨਾਂ ਦੇ ਐਕਟ ਨਾਲ ਮੈਚ ਕਰਦਾ। ਤੁਸੀਂ ਕੋਰਟ ਜਾਣ ਦੀ ਪਾਵਰ ਕਿਸਾਨ ਕੋ ਇਹਨਾਂ ਨੇ ਖੋਲੀ, ਕੋਰਟ ਜਾਣ ਦੀ ਪਾਵਰ ਇਹਨਾਂ ਨੇ ਖੋਲੀ। ਮਤਲਬ ਦੋਨੇ ਐਕਟ ਤੁਹਾਡੇ ਕੋਲ ਹੈਗੇ। ਭਾਰਤ ਸਰਕਾਰ ਦਾ ਸਜ਼ਾ ਦਾ ਪ੍ਰਾਵਧਾਨ ਰੱਖਿਆ ਗਿਆ, ਜੁਰਮਾਨੇ ਦਾ, ਇਹਦੇ 'ਚ ਵੀ ਜੁਰਮਾਨੇ ਦਾ ਪ੍ਰਾਵਧਾਨ ਰੱਖਿਆ ਗਿਆ। ਇਹਦੇ 'ਚ MSP ਦੇ ਘੱਟ ਖਰੀਦ ਦਾ ਕੋਈ ਕਿਸਾਨ ਦੇ ਹੱਕ 'ਚ ਫੈਸਲਾ ਨਹੀਂ ਕੀਤਾ ਗਿਆ। ਇਹਦੇ 'ਚ ਵੀ ਇਹੀ ਕਿਹਾ ਗਿਆ ਕਿ ਕੋਈ ਕਿਸਾਨ ਵਪਾਰੀ MSP ਤੋਂ ਜੇ ਘੱਟ ਨਹੀਂ ਖਰੀਦ ਸਕਦਾ, ਕੋਈ ਉਹਦੀ ਸੇਫਗਾਰਡ ਨਹੀਂ ਕਿਸਾਨ ਦਾ ਪ੍ਰਾਵਧਾਨ ਵੀ ਇਹ 'ਚ ਰੱਖਿਆ ਗਿਆ। ਉੱਥੇ ਜੁਰਮਾਨੇ ਦਾ ਰੱਖਿਆ ਗਿਆ। ਅਕਾਲੀ ਦਲ ਨੇ ਇੱਕ ਸਟੈਪ ਅੱਗੇ ਜਾ ਕੇ ਸਜ਼ਾ ਦਾ ਪ੍ਰਾਵਧਾਨ ਵੀ ਰੱਖਿਆ ਸੀ। ਅਕਾਲੀ ਜਿਹੜਾ BJP ਦੀ ਗਵਰਨਮੈਂਟ ਨੇ ਉਹਨੇ ਜੁਰਮਾਨੇ ਦਾ ਪ੍ਰਾਵਧਾਨ ਰੱਖਿਆ ਔਰ ਉਹਨੇ ਵੀ ਕਿਹਾ ਕਿ ਜੇ ਜੁਰਮਾਨਾ ਨਹੀਂ ਦਿੰਦੇ ਤੇ ਤੁਹਾਡੀ ਫਰਦ 'ਚ ਐਂਟਰ ਹੋ ਜਾਊਗੀ ਲੈਜ਼ ਏ ਲੈਂਡ ਰੈਵਨਿਊ, ਜ਼ਮੀਨੀ ਮਾਲੀਏ ਦੇ ਤੌਰ ਤੇ ਲਿਆ ਜਾਊਗਾ। ਅਕਾਲੀ ਦਲ ਵੀ ਇਹੀ ਕਹਿ ਰਿਹਾ। ਫਿਰ ਫਰਕ ਕੀ ਹੈ? ਉਹਨਾਂ ਨੇ ਵੀ ਕਿਹਾ 1 ਤੋਂ 3 ਸਾਲ ਲਈ ਤੁਹਾਡੇ 'ਚ ਲਈ ਇੰਸ਼ੋਰੈਂਸ ਕ੍ਰੌਪ ਦਾ ਜਿਹੜਾ ਕੰਟਰੈਕਟ ਹੋਊਗਾ। ਮੋਦੀ ਸਰਕਾਰ ਵੀ ਉਹੀ ਕਹਿ ਰਹੀ ਹੈ 1 ਤੋਂ 3 ਸਾਲ ਲਈ ਕਰ ਸਕਦੇ ਹੋ ਤੁਸੀਂ। ਫਿਰ ਫਰਕ ਕਿੱਥੇ ਹੈ? ਫਰਕ ਤਾਂ ਉਹੀ ਜੋ ਇਹਨਾਂ ਨੇ ਕੀਤਾ ਉਹੀ ਅੱਜ ਮੋਦੀ ਸਰਕਾਰ ਕਰ ਰਹੀ ਹੈ। ਜੋ ਇਹਨਾਂ ਨੇ ਬੀਜਿਆ 2013 'ਚ ਅੱਜ ਉਹ ਮੋਦੀ ਸਰਕਾਰ ਉਹਨੂੰ ਵੱਢ ਕੇ ਇਹਨਾਂ ਦੇ ਗਲੀ ਪਾ ਰਹੀ ਹੈ। ਗਿਲਜੀ ਸਾਹਿਬ, ਥੋੜ੍ਹਾ ਜਿਹਾ ਵੀ ਸਮਝਾ ਦਿਓ ਜਿਹੜੇ ਇਹ ਆਰਡੀਨੈਂਸ ਹੈ ਕਿਸ ਤਰੀਕੇ ਦੇ ਨਾਲ ਬਿੱਲ ਦੇ ਰੂਪ ਦੇ ਵਿੱਚ ਪੇਸ਼ ਹੁੰਦੇ ਨੇ, ਫਿਰ ਐਕਟ ਬਣਦੇ ਨੇ, ਇਹ ਕੀ ਰਹਿੰਦਾ ਕੀ ਹੈ, ਪ੍ਰੋਸੀਡਿੰਗ ਕੀ ਰਹਿੰਦੀ ਹੈ ਪੂਰੇ? ਜਿੰਦਰ ਜੀ, ਇਹ ਸਭ ਤੋਂ ਪਹਿਲਾਂ ਇਹ ਆਰਡੀਨੈਂਸ ਲੈ ਕੇ ਆਏ ਮੋਦੀ ਸਰਕਾਰ। ਮੈਂ ਅੱਜ ਤੱਕ ਨਹੀਂ ਸਮਝ ਪਾਇਆ, ਨਾ ਹੀ ਇਹ ਅਕਾਲੀ ਦਲ ਔਰ BJP ਵਾਲੇ ਸਮਝਾ ਪਾਏ ਲੋਕਾਂ ਨੂੰ, ਕਿਸਾਨਾਂ ਨੂੰ ਕਿ ਇਹੋ ਜੀ ਕਿਹੜੀ ਐਮਰਜੈਂਸੀ ਸੀਗੀ ਕਿ ਸਾਨੂੰ ਆਰਡੀਨੈਂਸ ਲਿਆਉਣਾ ਪੈ ਗਿਆ, ਉਹ ਵੀ ਬਿਨਾਂ ਡਿਸਕਸ਼ਨ ਤੋਂ। ਆਰਡੀਨੈਂਸ ਲੈ ਕੇ ਆ ਗਏ। ਆਰਡੀਨੈਂਸ ਇੱਕ 6 ਮਹੀਨੇ ਦੀ ਵੈਲਿਊ ਦਾ ਹੁੰਦਾ ਔਰ ਉਹਨੂੰ ਲੋਕ ਸਭਾ ਜਦੋਂ ਵੀ ਪਾਰਲੀਮੈਂਟ ਸੈਸ਼ਨ ਜਦੋਂ ਚੱਲਦਾ ਉਹਨੂੰ ਪਾਸ ਕਰਾਉਣਾ ਹੁੰਦਾ, ਫਿਰ ਉਹ ਬਿੱਲ ਦਾ ਰੂਪ ਅੱਗੋਂ ਜਾ ਕੇ ਐਕਟ ਦਾ ਰੂਪ ਬਣ ਜਾਂਦਾ। ਹੁਣ ਆਰਡੀਨੈਂਸ ਨੂੰ ਇਹਨਾਂ ਨੇ ਬਿੱਲ ਦੇ ਰੂਪ 'ਚ ਲੈ ਆਂਦਾ ਲੋਕ ਸਭਾ 'ਚ ਔਰ ਉਹ ਜਿਹੜਾ ਪਾਸ ਹੋ ਗਿਆ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਵਾਲਾ ਜਿਹੜਾ ਇਹਨਾਂ ਦਾ ਬਿੱਲ ਉਹ ਪਾਸ ਹੋ ਚੁੱਕਾ। ਹੁਣ ਉਹ ਅੱਗੇ ਜਾ ਕੇ ਬਿੱਲ ਐਕਟ ਦੇ ਰੂਪ 'ਚ ਜਦੋਂ ਪ੍ਰੈਜ਼ੀਡੈਂਟ ਸਾਈਨ ਕਰ ਦੇਣਗੇ ਉਹ ਐਕਟ ਬਣ ਜਾਏਗਾ। ਹੂ ਬਬੂ ਜੋ ਆਰਡੀਨੈਂਸ ਸੀ ਉਹੀ ਐਕਟ ਬਣੂਗਾ। ਯਾਨੀ ਕਿ ਬਿੱਲ ਪੇਸ਼ ਹੋ ਚੁੱਕਿਆ, ਇੱਕ ਤਾਂ ਵਿੱਚੋਂ ਪਾਸ ਹੋ ਚੁੱਕਿਆ ਤਿੰਨਾਂ 'ਚੋਂ ਔਰ 2 ਰਹਿ ਗਏ ਨੇ ਪੈਂਡਿੰਗ। ਉਹ ਵੀ ਮੇਰੇ ਖਿਆਲ ਅੱਜ ਜਾਂ ਕੱਲ੍ਹ 'ਚ ਡਿਸਕਸ਼ਨਸ ਉਹਨਾਂ ਤੇ ਰੱਖੀਆਂ ਗਈਆਂ, ਉਹ ਵੀ ਪਾਸ ਹੋ ਕੇ ਐਕਟ ਦਾ ਰੂਪ ਮੈਜੋਰਟੀ ਤਾਂ ਇਹਨਾਂ ਕੋਲ ਹੈ ਹੀ ਆ ਪੇਸ਼। ਕੋਈ ਐਬਸੋਲੂਟ ਮੈਜੋਰਿਟੀ ਇਹਨਾਂ ਕੋਲ। ਇਹਨਾਂ ਨੂੰ ਅਕਾਲੀ ਦਲ ਦੀ ਵੀ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਕਿਸੇ ਵੀ ਜ਼ਰੂਰਤ ਨਹੀਂ ਹੈ। ਮੈਂ ਹੈਰਾਨ ਅਕਾਲੀ ਦਲ ਦੇ ਸਟੈਂਡ ਤੇ। ਅੱਜ ਤੋਂ 3 ਦਿਨ ਪਹਿਲਾਂ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਨਰਿੰਦਰ ਸਿੰਘ ਤੋਮਰ ਜੀ ਦੀ ਚਿੱਠੀ ਦਿਖਾਉਂਦੇ ਰਹੇ ਆ ਕਿ ਕਿਤੇ ਨਹੀਂ ਹੋਇਆ, ਕਿਸਾਨਾਂ ਦੇ ਫਾਇਦੇ ਲਈ ਹੈ, ਕਿਸਾਨਾਂ ਦੇ ਫਾਇਦੇ ਲਈ ਹੈ। ਕਿਸਾਨਾਂ ਨੇ ਇਹਨਾਂ ਦੇ ਨੱਕ 'ਚ ਦਮ ਕਰਤਾ ਕਿ ਇਹਨਾਂ ਨੂੰ ਯੂ ਟਰਨ ਲੈਣਾ ਪੈ ਗਿਆ। ਅੱਜ ਉਹੀ ਸਰਦਾਰ ਸੁਖਬੀਰ ਸਿੰਘ ਬਾਦਲ ਲੋਕ ਸਭਾ 'ਚ ਜਾ ਕੇ ਕਹਿੰਦੇ ਨੇ ਕਿ ਸਾਨੂੰ ਤਾਂ ਪੁੱਛਿਆ ਹੀ ਨਹੀਂ ਗਿਆ, ਕਿਸਾਨ ਬਰਬਾਦ ਹੋ ਜਾਊਗਾ। ਜੇ 3 ਦਿਨ ਪਹਿਲਾਂ ਜੋ ਤੁਸੀਂ ਪੰਜਾਬ 'ਚ ਪ੍ਰੈਸ ਕਾਨਫਰੰਸ ਹੈ ਕਿ ਚਿੱਠੀ ਨੂੰ ਲੈ ਕੇ ਕਰ ਰਹੇ ਸੀ ਕਿ ਉਦੋਂ ਆਰਡੀਨੈਂਸ ਨਹੀਂ ਸੀ ਪੜ੍ਹਿਆ ਤੁਸੀਂ, ਜਾਂ ਉਦੋਂ ਤੁਹਾਨੂੰ ਕਿਸਾਨਾਂ ਦੀ ਯਾਦ ਨਹੀਂ ਆਈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋ ਇੱਕ ਵੀਡੀਓ ਸੰਦੇਸ਼ ਤੁਸੀਂ ਦਵਾਤਾ, ਉਦੋਂ ਤੁਹਾਨੂੰ ਨਹੀਂ ਪੜਿਆ ਕਿ ਅਸੀਂ ਕੀ ਕਰਨ ਜਾ ਰਹੇ ਹਾਂ, ਅਸੀਂ ਖੁਦ ਇਹ ਪਾਸ ਕੀਤਾ ਹੋਇਆ। ਅੱਜ BJP ਕਿਉਂ ਨਹੀਂ ਪਰਵਾਹ ਕਰ ਰਹੀ ਇਹਨਾਂ ਦੀ? ਇਸੇ ਕਰਕੇ ਨਹੀਂ ਕਰੀ ਕਿ ਤੁਸੀਂ ਉਹ ਖੁਦ ਕੀਤੇ ਹੋਏ ਕੰਮ ਸਾਨੂੰ ਕਿਉਂ ਰੋਕ ਰਹੇ ਹੋ? ਉਹ ਕਹਿੰਦੇ ਸਾਨੂੰ ਤਾਂ ਕੌਨਫੀਡੈਂਸ ਦੇ ਵਿੱਚ ਲਿਆ ਹੀ ਨਹੀਂ ਗਿਆ ਸੀ, ਸਾਨੂੰ ਪਤਾ ਹੀ ਨਹੀਂ ਸੀ ਵੀ ਐਕਟ ਦੇ ਵਿੱਚ ਹੈ ਕੀ ਹੈ ਅਸਲ। ਐਕਟ ਵਿੱਚ ਜੋ 2013 'ਚ ਉਹੀ ਇਹਨਾਂ ਦੇ ਆ, ਇਹਨਾਂ ਨੂੰ ਕਿਉਂ ਨਹੀਂ ਪਤਾ? ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ 2013 'ਚ ਇੱਕ ਐਕਟ ਪਾਸ ਕੀਤਾ ਕਿ ਉਹ ਬਿਨਾਂ ਪੜ੍ਹਿਆ ਪਾਸ ਕਰਤਾ ਸੀ। ਉਹ ਵੀ ਇਹਨਾਂ ਨੇ ਜਿਵੇਂ ਆਰਡੀਨੈਂਸ ਹੀ ਨਹੀਂ ਪੜ੍ਹਿਆ, ਬਿਨਾਂ ਪੜ੍ਹਿਆ ਆਪਾਂ ਪ੍ਰੈਸ ਕਾਨਫਰੰਸ ਕਰਤੀਆਂ। ਜਦੋਂ ਲੋਕ ਸਭਾ 'ਚ ਗਏ ਅਸੀਂ ਕਿ ਇਹ ਆਰਡੀਨੈਂਸ ਪੜ੍ਹਿਆ ਇਹਦੇ ਕਿਸਾਨਾਂ ਦੇ ਖਿਲਾਫ ਹੈ। ਸ਼ਾਇਦ ਇਦਾਂ ਵੀ 2013 ਵਾਲਾ ਵੀ ਐਕਟ ਵੀ ਇਦਾਂ ਹੀ ਕੀਤਾ ਹੋਵੇ, ਇਹਨਾਂ ਨੇ ਪਾਸ ਕਰਤਾ ਹੋਵੇ ਤੇ ਪੜ੍ਹਿਆ ਹੀ ਨਾ ਹੋਵੇ। ਇੱਕਦਮ ਫਿਰ ਕੌਣੀ ਮੋੜ ਕਿਉਂ ਮੋੜ ਲਿਆ? ਕਿਉਂ ਲੱਗਦਾ? ਇਹ ਕਿਸਾਨਾਂ ਦਾ ਪ੍ਰੈਸ਼ਰ ਹੈ ਜੀ, ਇਹ ਪੰਜਾਬ ਦੇ ਕਿਸਾਨਾਂ ਦਾ ਪ੍ਰੈਸ਼ਰ ਹੈ। ਇਹਨਾਂ ਨੂੰ ਆਪਣੀ ਜ਼ਮੀਨ ਜਿਹੜੀ ਹੈ ਸਿਆਸੀ ਜ਼ਮੀਨ ਖੁਸਦੀ ਨਜ਼ਰ ਆ ਰਹੀ ਹੈ, ਇਸੇ ਕਰਕੇ ਯੂ ਟਰਨ ਲੈ ਰਹੇ ਨੇ।
2013 ਦੇ ਵਿੱਚ ਜਦੋਂ ਇਹ ਐਕਟ ਬਣਿਆ ਸੀ ਕਿ ਉਦੋਂ ਵੀ ਪ੍ਰਦਰਸ਼ਨ ਵਗੈਰਾ ਹੋਏ ਸੀ। ਬਿਲਕੁਲ ਉਦੋਂ ਵੀ ਕਿਸਾਨਾਂ ਨੇ ਇਹਦਾ ਵਿਰੋਧ ਕੀਤਾ ਸੀ। ਇਹ ਚੁੱਪ ਕਰਕੇ ਉਹਨੂੰ ਠੰਡੇ ਬਸਤੇ 'ਚ ਪਾਤਾ ਔਰ ਇਹਦੇ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਕੋਈ ਕੰਟਰੈਕਟ ਜਿਹੜਾ ਕਾਰਪੋਰੇਟ ਹਾਊਸ ਇੱਥੇ ਇਨਵੈਸਟ ਕਰਨ ਨਹੀਂ ਆਇਆ। ਇਹਨਾਂ ਕਰਕੇ ਕਿ ਕਿਸਾਨ ਇਸ ਚੀਜ਼ ਦੇ ਵਿਰੋਧ 'ਚ ਨੇ। ਔਰ ਸੈਕੰਡਲੀ ਐਮਐਸਪੀ ਸੈਂਟਰ ਡਿਸਾਈਡ ਕਰਦੀ ਸੀ, ਉਦੋਂ ਇਹਨਾਂ ਦਾ ਕੋਈ ਰੋਲ ਨਹੀਂ ਸੀ। ਇਹ ਖਤਮ ਨਹੀਂ ਕਰ ਸਕਦੇ, ਖਤਮ ਤਾਂ ਸੈਂਟਰ ਕਰ ਸਕਦੀ, ਸੈਂਟਰ ਕਰ ਰਹੀ ਹੈ ਜੋ ਉਸੇ ਰਸਤੇ 'ਤੇ ਚੱਲੀ ਹੋਈ ਹੈ। ਧੰਨਵਾਦ ਜੀ ਗਿਲਜੀਆ ਸਾਹਿਬ। ਥੈਂਕ ਯੂ ਜੀ, ਥੈਂਕ ਯੂ। ਤੇ ਬੜੀ ਅਹਿਮ ਜਾਣਕਾਰੀ ਸੀਗੀ ਇਹ ਐਕਟ ਬਾਰੇ, ਕਿਉਂਕਿ 2013 ਦੇ ਵਿੱਚ ਪੰਜਾਬ ਸਰਕਾਰ ਇਹ ਫਾਰਮਿੰਗ ਐਕਟ ਜਿਹੜਾ ਲੈ ਕੇ ਆਈ ਸੀ, ਉਸ ਬਾਰੇ ਚਰਚਾ ਹੋ ਰਹੀ ਸੀ। ਇਸ ਐਕਟ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਗਈਆਂ, ਜਿਸ ਤਰੀਕੇ ਨਾਲ ਦਲਜੀਤ ਗਿਲਜੀਆ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਐਕਟ ਦੇ ਉੱਤੇ ਅਕਾਲੀ ਦਲ ਕੀ ਪ੍ਰਤੀਕਿਰਿਆ ਦਿੰਦਾ। ਲੇਕਿਨ ਹਾਲ ਫਿਲਹਾਲ ਦੀ ਗੱਲ ਕਰੀਏ ਤਾਂ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਇਸ ਐਕਟ ਦਾ ਹਵਾਲਾ ਦਿੰਦੇ ਹੋਏ ਅਕਾਲੀ ਦਲ ਨੂੰ ਘੇਰਿਆ, ਦਲਜੀਤ ਗਿਲਜੀਆ ਨੇ ਵੀ ਘੇਰਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਇਸ ਬਿੱਲ ਨੂੰ ਲੈ ਕੇ ਵੀ ਹਮਲਾਵਰ ਰਹਿ ਸਕਦੀ ਹੈ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।